ਅਸੀਂ ਸਾਰੇ ਬਹੁਤ ਰੋਏ। ਮੈਂ ਆਪਣੇ ਫਾਦਰ ਸਾਹਿਬ ਨੂੰ ਬਹੁਤ ਘੱਟ ਜ਼ਿੰਦਗੀ 'ਚ ਰੋਂਦੇ ਦੇਖਿਆ। ਜਾਂ ਉਹ ਕਦੇ ਜੇ ਜ਼ਿੰਦਗੀ 'ਚ ਰੋਏ ਤਾਂ ਮੇਰੀ ਵਿਦਾਈ ਤੇ ਰੋਏ ਨੇ, ਜਾਂ ਮੈਂ ਉਹਦੀ ਸਜ਼ਾ ਵਾਲੇ ਟਾਈਮ ਰੋਈ। ਕਈ ਕੇਸਿਸ ਲੜੇ, ਮਤਲਬ ਇਲੈਕਸ਼ਨ ਕੈਂਪੇਨ ਦੇ ਵਿੱਚ ਜਦ ਮੈਂ ਵੀ ਫਾਈਲਾਂ ਖੋਲ ਕੇ ਦੇਖੀਆਂ, ਮੈਂ ਹੈਰਾਨ ਹੋ ਗਈ। ਇੱਕ ਧੀ ਵਾਸਤੇ ਪਿਓ ਦਾ ਇੱਜ਼ਤ ਇੰਨੀ ਉੱਪਰ ਹੋ ਚੁੱਕੀ ਹੈ ਕਿ ਜਿਹਦਾ ਮੈਂ ਤੁਹਾਨੂੰ ਮਤਲਬ ਕਹਿ ਨਹੀਂ ਸਕਦੀ। ਚਾਹੇ ਇਹ ਦੱਸੋ ਕਿ ਤੁਸੀਂ ਇਲੈਕਸ਼ਨ ਲਈ ਪ੍ਰਪੇਅਰ ਸੀ, ਤੁਹਾਨੂੰ ਉਮੀਦ ਸੀ ਕਿ ਟਿਕਟ ਮਿਲ ਜਾਊਗੀ, ਜਾਂ ਤੁਸੀਂ ਇਹ ਸੋਚਿਆ ਸੀਗਾ ਕਿ ਹਾਂ ਹੁਣ ਤਾਂ ਟਿਕਟ ਸਾਡੀ ਹੈ। ਉਹ ਹੁਣ ਆਪਣੀ ਜਿਹਨੂੰ ਕਹਿੰਦੇ ਨਾ ਲੁਧਿਆਣੇ ਦੀ ਲਾਗ ਡਾਟ ਹੁਣ ਸਾਹਮਣੇ। ਮੈਂ ਸਿਰਫ ਇੱਕ ਬੇਟੀ ਹੋਣ ਦੇ ਨਾਤੇ ਨਹੀਂ ਤੁਹਾਨੂੰ ਆ ਗੱਲ ਕਰ ਰਹੀ, ਮੈਂ ਇੱਕ ਆਊਟਸਾਈਡਰ ਵੀ ਤੁਹਾਨੂੰ ਆ ਗੱਲ ਕਹਿ ਸਕਦੀ ਹਾਂ ਕਿ ਹੁਣ ਸਾਨੂੰ ਲੋੜ ਹੈ ਇੱਕ ਆਪਣੇ ਪੋਲੀਟੀਕਲ ਸਿਸਟਮ 'ਚ ਚੇਂਜ ਲੈ ਕੇ ਆਉਣਾ। ਜਿਹਨੇ ਖਾੜਕੂ ਅਕਾਲੀ ਆਪਾਂ ਕਹਿੰਦੇ ਨੇ, ਉਹਨਾਂ ਨੇ ਸਿਲੰਡਰ ਕਰਤਾ ਸੀ ਅਸੀਂ ਨਹੀਂ ਲੜਨਾ। ਕੋਈ ਖਰਚਾ ਤਾਂ ਹੁੰਦਾ ਹੀ ਹੁੰਦਾ, ਸਿੱਧੀ ਜਿਹੀ ਗੱਲ ਹੈ। ਇਸ ਇਲੈਕਸ਼ਨ 'ਚ ਉਹਨਾਂ ਨੇ ਕਿਹਾ ਅਸੀਂ ਨਹੀਂ ਲੜਨਾ। ਇਸ ਕਰਕੇ ਫਿਰ ਇੱਕ ਨਵਾਂ ਕੈਂਡੀਡੇਟ ਉਹਨਾਂ ਨੇ, ਕਿਉਂਕਿ ਜੇ ਅਗਰ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਮਹਿਸ਼ਿੰਦਰ ਲੜੇ ਨੇ, ਹੋਰ ਵੀ ਕਈ ਅਕਾਲੀ ਲੜੇ ਨੇ, ਤੇ ਫਿਰ ਉਹਨਾਂ ਨੇ ਬੜੀ ਖੋਗ ਕੀਤੀ ਗਈ। ਤੇ ਫਿਰ ਤੁਹਾਡੇ ਫਾਦਰ ਸਾਹਿਬ ਦਾ ਕਹਿੰਦੇ ਨਾਂ ਅੱਗੇ ਆਇਆ ਕਿ ਇਹਨਾਂ ਨੂੰ ਅਪਰੋਚ ਕੀਤੀ ਜਾਵੇ ਤੇ ਇਹਨਾਂ ਨੂੰ ਲੜਾਇਆ ਜਾਵੇ। ਇਹ ਸੱਚ ਸੀ ਕਿ ਹਾਂਜੀ ਕੋਈ ਨਾ ਕੋਈ ਕਨੈਕਸ਼ਨ ਰਹਿਣਾ ਚਾਹੀਦਾ ਹੈ। ਟਾਈਮ ਹੈ ਹੁਣ ਕਿ ਜਿਹੜੇ ਇਨਸਾਨ ਨੇ ਇੰਨੇ ਸਾਲ ਆਪਣੇ ਅਕਾਲੀ ਦਲ ਨੂੰ ਦੇਤੇ ਨੇ, ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਕਿ ਜੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੇ ਤੁਹਾਨੂੰ ਬਹੁਤਾ ਜਿਹੜੇ ਲੋਕਲ ਲੀਡਰਸ਼ਿਪ ਹੈ ਸਪੋਰਟ ਘੱਟ ਮਿਲ ਰਿਹਾ ਹੈ। ਸੱਚ ਇਹ ਮੈਂ ਸਮਾਜ ਤੋਂ ਸੁਣਿਆ ਹੈ। ਪਰ ਜੋ ਇੱਕ ਗੱਲ ਮੈਂ ਕਹਿੰਦੀ, ਸ਼ੇਰ ਸੁੱਤਾ ਹੁੰਦਾ, ਸ਼ੇਰ ਕਦੇ ਗਾਇਬ ਨਹੀਂ ਹੁੰਦਾ ਆਪਣੇ ਰਾਜ। ਸਾਡੀ ਅਕਾਲੀ ਦਲ ਸਾਰੇ ਜਾਣੇ ਫੇਰ ਇਕੱਠੇ ਹੋ ਕੇ ਆਣਗੇ, ਤੁਸੀਂ ਬਹੁਤ ਛੇਤੀ। ਅਸੀਂ ਸਾਰੇ ਇੱਕੋ ਹੀ ਹਾਂ, ਅਸੀਂ ਇੱਕ ਪਰਿਵਾਰ ਦਾ ਅਕਾਲੀ ਦਲ ਦੀ ਗੱਲ। ਪ੍ਰੋਕਾਰ ਸਿੰਘ ਘੁੰਮਣ ਦੀ ਨੂੰ ਕੁੜੀ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ ਕਿ ਯੂਥ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ? ਹਰ ਇੱਕ ਘਰ ਦੇ ਵਿੱਚ, ਭਾਵੇਂ ਛੋਟੇ ਤੋਂ ਛੋਟਾ ਘਰ ਹੋਵੇ, ਭਾਵੇਂ ਸਾਡਾ ਕੋਈ ਭਾਈਚਾਰਾ ਹੋਵੇ, ਕੋਈ ਵੀ ਹੋਵੇ, ਹਰ ਇੱਕ ਘਰ ਵਿੱਚ ਮੇਰੇ ਫਾਦਰ ਸਾਹਿਬ ਪਹੁੰਚੇ ਨੇ ਉਹਨਾਂ ਦੇ ਕੰਮਾਂ ਕਰਕੇ। ਅਕਾਲੀ ਦਲ ਨੇ ਜਿਸ ਸ਼ਖਸ ਨੂੰ ਟਿਕਟ ਦਿੱਤੀ ਹੈ ਉਹ ਵਿਅਕਤੀਗਤ ਬਹੁਤ ਅੱਛੇ ਲੋਕ ਨੇ, ਬਹੁਤ ਵਧੀਆ ਨੇ, ਨੇਚਰ ਵਾਈਜ਼ ਬਹੁਤ ਹੈਲਪ ਕਰਦੇ ਨੇ ਲੋਕਾਂ ਦੀ। ਇਹ ਲੋਕਾਂ ਤੋਂ ਮੈਂ ਵੀ ਸੁਣਿਆ। ਪਰ ਜਦੋਂ ਉਹੀ ਲੋਕ ਜਦੋਂ ਇਹ ਕਹਿੰਦੇ ਨੇ ਅਕਾਲੀ ਦਲ ਹਜੇ ਸਰਵਾਈਵ ਨਹੀਂ ਕਰ ਰਿਹਾ। ਰਾਜਨੀਤਿਕ ਤੌਰ ਤੇ ਤੁਸੀਂ ਆ ਗੱਲ ਬਿਲਕੁਲ ਸਹੀ ਗਈ ਹੈ, ਬਹੁਤ ਲੋਕੀ ਉਂਗਲ ਚੱਕਦੇ ਨੇ। ਸਵਾ ਮਹੀਨਾ ਹੋ ਗਿਆ ਮੈਨੂੰ ਲੱਗਦਾ ਸਾਨੂੰ ਕੈਂਪੇਨ ਕਰਦੇ ਨੂੰ, ਪਰ ਸਵਾ ਮਹੀਨੇ 'ਚ ਅੱਜ ਤੱਕ ਸਿਰਫ ਇੱਕੋ ਗੱਲ ਮੈਂ ਸੁਣੀ ਹੈ, ਉਹ ਵੀ ਬੜੀ ਹਾਸੇ ਦੀ ਗੱਲ ਲੱਗਦੀ ਹੈ ਮੈਨੂੰ, ਕਿ ਘੁੰਮਣ ਸਾਹਿਬ ਬਹੁਤ ਹੀ ਮਹਿੰਗੇ ਵਕੀਲ ਨੇ। ਇਹ ਤੋਂ ਵੱਧ ਕੇ ਮੈਨੂੰ ਲੱਗਦਾ ਕਿਸੇ ਨੇ ਕੁਝ ਕਿਹਾ ਨਹੀਂ, ਤੇ ਆਪਾਂ ਨਾ ਲਈਏ ਕਿ ਕਿਹਨੇ ਕਿਹਾ ਕਿਹਨੇ ਨਹੀਂ, ਪਰ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ ਕਿ ਹੁਣ ਤੱਕ ਕੋਈ ਕਹਿ ਸਕੇ। ਅਸੀਂ ਇੱਕ ਇੱਕ ਗਲੀ, ਇੱਕ ਇੱਕ ਘਰ, ਇੱਕ ਇੱਕ ਬੰਦੇ ਤੱਕ ਪਹੁੰਚ ਚੁੱਕੇ ਹਾਂ, ਤੇ ਇੱਕ ਇੱਕ ਇਨਸਾਨ ਦਾ ਕਹਿਣਾ ਹੈ ਘੁੰਮਣ ਸਾਹਿਬ ਵਰਗਾ ਕੋਈ ਇਨਸਾਨ ਨਹੀਂ। ਬਿਲਕੁਲ ਇਹ ਗੱਲ ਸਹੀ ਹੈ, ਕਿਉਂਕਿ ਦਿਲਰੋਜ਼ ਦੀ ਜੋ ਘਟਨਾ ਹੋਈ ਸੀ, ਉਹਨਾਂ ਨੇ ਬਿਲਕੁਲ ਫ੍ਰੀ, ਉਹਨਾਂ ਨੇ ਮਤਲਬ ਇੱਕ ਪ੍ਰੋਫੈਸ਼ਨਲੀ ਇੱਕ ਰਿਲੇਸ਼ਨ ਨਾਲ ਉਹ ਕੇਸ ਇਹਨਾਂ ਨੇ ਲੜਿਆ ਤੇ ਬਿਲਕੁਲ ਸਜ਼ਾ ਵੀ ਦਿਲਾਈ। ਅਰਵਿੰਦਰ ਜੀ, ਮੈਂ ਇੱਕ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸੂੰਗੀ, ਜੋ ਕਿ ਆਈ ਥਿੰਕ ਮੀਡੀਆ 'ਚ ਇੰਨੀ ਚੱਲੀ ਨਹੀਂ ਗੱਲ, ਕਿਸੇ ਨੂੰ ਪਤਾ ਵੀ ਨਹੀਂ ਹੈ ਨਾ। ਮੇਰੇ ਫਾਦਰ ਸਾਹਿਬ ਨੇ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਕਿ ਦਿਲਰੋਜ਼ ਦਾ ਕੇਸ ਕਿਉਂ ਲਿੱਤਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹ ਬੇਟੀ ਸੀਗੀ, ਕਿਰਨ ਦੀਦੀ ਜਿਹੜੇ ਉਹਦੇ ਮਦਰ ਨੇ, ਉਹਨਾਂ ਨੇ ਆਪਣੀ ਬੇਟੀਆਂ ਵਾਂਗੂ, ਸੀਰੀਅਸਲੀ ਮੇਰੇ ਵਾਂਗੂ ਇੱਦਾਂ ਹੀ ਗੱਲ ਕੀਤੀ, ਇੱਦਾਂ ਹੀ ਅੱਜ ਤੱਕ ਰੱਖਿਆ ਹੋਇਆ, ਬਹੁਤ ਪਿਆਰ ਕਰਦੇ ਨੇ। ਮੇਰੇ ਫਾਦਰ ਸਾਹਿਬ ਵੈਸੇ ਹੀ ਬੱਚਿਆਂ ਨਾਲ ਬਹੁਤ ਅਟੈਚਡ ਹੈ। ਪਰ ਦਿਲਰੋਜ਼ ਬੇਟੀ ਦਾ ਸਾਡਾ ਬਰਥ ਡੇਟ ਜਿਹੜੀ ਸੀਗੀ ਉਹ 19 ਫਰਵਰੀ ਸੀਗੀ। ਮੇਰੇ ਫਾਦਰ ਸਾਹਿਬ ਵੀ 19 ਫਰਵਰੀ ਦੇ ਬੋਰਨ। ਉਹਨਾਂ ਨੇ ਜਿੱਦਾਂ ਹੀ ਆ ਗੱਲ ਸੁਣੀ, ਪਹਿਲੀ ਚੀਜ਼ ਉਹਨਾਂ ਨੇ ਆ ਕਹੀ ਕਿ ਮੈਂ ਆ ਕੇਸ ਲੈਣਾ ਹੀ ਲੈਣਾ ਹੈ, ਮੈਂ ਜਿਵੇਂ ਮਰਜ਼ੀ ਇਸ ਬੱਚੀ ਨੂੰ ਇਨਸਾਫ ਦਿਵਾਉਣਾ। ਉਹ ਇੰਨੇ ਜ਼ਿਆਦਾ ਇਮੋਸ਼ਨਲੀ ਤਾਂ ਅਟੈਚ ਹੋ ਗਏ ਸੀ। ਮਤਲਬ ਖੁਸ਼ ਹੋਏ ਸੀ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਕੁੜੀ ਨੂੰ। ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਜੀ। ਜਿਸ ਦਿਨ ਬੇਟੀ ਨੂੰ ਸਜ਼ਾ ਮਿਲੀ ਹੈ, ਮੇਰਾ ਮਤਲਬ ਅਸੀਂ ਸਾਰੇ ਬਹੁਤ ਰੋਏ। ਮੈਂ ਆਪਣੇ ਫਾਦਰ ਸਾਹਿਬ ਨੂੰ ਬਹੁਤ ਘੱਟ ਜ਼ਿੰਦਗੀ 'ਚ ਰੋਂਦੇ ਦੇਖਿਆ। ਜਾਂ ਉਹ ਕਦੇ ਜੇ ਜ਼ਿੰਦਗੀ 'ਚ ਰੋਏ ਤਾਂ ਮੇਰੀ ਵਿਦਾਈ ਤੇ ਰੋਏ ਨੇ, ਜਾਂ ਮੈਂ ਉਹਦੀ ਸਜ਼ਾ ਵਾਲੇ ਟਾਈਮ ਰੋਂਦੇ ਦੇਖਿਆ। ਕਿਉਂਕਿ ਉਹਨਾਂ ਨੇ ਮਤਲਬ ਮੈਂ ਕਹਿ ਨਹੀਂ ਸਕਦੀ ਉਹਨਾਂ ਨੇ ਕਿੰਨਾ ਜ਼ਿਆਦਾ ਇਸ ਇੱਕ ਕੇਸ ਤੇ ਆਪਣੇ ਆਪ ਨੂੰ ਲਗਾਤਾ ਸੀ। ਸਿਰਫ ਇਸ ਇੱਕ ਕੇਸ ਤੇ ਨਹੀਂ, ਮੈਂ ਤੁਹਾਨੂੰ ਕਈ ਸਾਰੇ ਐਗਜ਼ਾਮਪਲ ਦੇ ਸਕਦੀ ਹਾਂ। ਲੋਕਾਂ ਨੂੰ ਅੱਜ ਤੱਕ ਸਿਰਫ ਸਾਡੀ ਦਿਲਰੋਜ਼ ਬੇਟੀ ਦਾ ਕੇਸ ਪਤਾ ਹੈ, ਪਰ ਮੇਰੇ ਫਾਦਰ ਸਾਹਿਬ ਨੇ ਕਈ ਫ੍ਰੀ ਕੇਸਿਸ ਲੜੇ, ਕਈ ਕੇਸਿਸ ਲੜੇ। ਮਤਲਬ ਇਲੈਕਸ਼ਨ ਕੈਂਪੇਨ ਦੇ ਵਿੱਚ ਜਦ ਮੈਂ ਵੀ ਫਾਈਲਾਂ ਖੋਲ ਕੇ ਦੇਖੀਆਂ, ਮੈਂ ਹੈਰਾਨ ਹੋ ਗਈ। ਇੱਕ ਧੀ ਵਾਸਤੇ ਪਿਓ ਦਾ ਇੱਜ਼ਤ ਇੰਨੀ ਉੱਪਰ ਹੋ ਚੁੱਕੀ ਹੈ ਕਿ ਜਿਹਦਾ ਮੈਂ ਤੁਹਾਨੂੰ ਮਤਲਬ ਕਹਿ ਨਹੀਂ ਸਕਦੀ। ਅੱਛਾ, ਇਹ ਦੱਸੋ ਕਿ ਤੁਸੀਂ ਇਲੈਕਸ਼ਨ ਲਈ ਪ੍ਰਪੇਅਰ ਸੀ, ਤੁਹਾਨੂੰ ਉਮੀਦ ਸੀ ਕਿ ਟਿਕਟ ਮਿਲ ਜਾਊਗੀ, ਜਾਂ ਤੁਸੀਂ ਇਹ ਸੋਚਿਆ ਸੀਗਾ ਕਿ ਹਾਂ ਹੁਣ ਤਾਂ ਟਿਕਟ ਸਾਡੀ ਹੈ? ਮੈਂ ਇੱਕ ਬੜੀ ਸੱਚੀ ਗੱਲ ਦੱਸੂੰਗੀ, ਮੇਰੇ ਫਾਦਰ ਸਾਹਿਬ ਨੇ ਮੈਨੂੰ ਮੁੰਡਿਆਂ ਵਾਂਗੂ ਰੱਖਿਆ। ਮੈਂ ਸ਼ੁਰੂ ਤੋਂ, ਮੇਰੇ ਮਦਰ ਵੀ ਕਹਿੰਦੇ ਨੇ, ਇੱਕ ਮੇਰੇ ਫਾਦਰ ਦੀ ਜਿਹੜੀ ਬੈੱਡ ਸਾਈਡ ਹੈ ਉਹਦੇ ਨਾਲ ਜਿਹੜੀ ਚੇਅਰ ਹੈ ਉਹ ਸਿਰਫ ਮੇਰੀ ਕੁਰਸੀ ਹੈ।
ਮੈਂ ਉਹਨਾਂ ਦੇ ਨਾਲ ਬੈਠ ਕੇ ਛੋਟੇ ਹੁੰਦੇ ਤੋਂ ਇੱਕ ਇੱਕ ਚੀਜ਼ ਸਮਝਦੀ ਆਈ ਹਾਂ, ਕਰਦੀ ਆਈ ਹਾਂ, ਸੁਣਦੀ ਆਈ ਹਾਂ। ਤੇ ਮੇਰੇ ਫਾਦਰ ਆਪਣੇ ਬੱਚਿਆਂ ਨਾਲ ਬਹੁਤ ਅਟੈਚ ਨੇ। ਸੋ ਜੋ ਟਿਕਟ ਦੀ ਵੀ ਗੱਲ ਹੋਈ ਸੀਗੀ, ਮਤਲਬ ਕਈ ਵਾਰੀ ਛਿੜ ਚੁੱਕੀ ਹੈ, ਪਹਿਲਾਂ ਕਦੇ ਉਹਨਾਂ ਨੇ ਹਾਂ ਨਹੀਂ ਭਰੀ ਇਸ ਚੀਜ਼ ਤੇ, ਪਰ ਜਦ ਇਸ ਵਾਰ ਛਿੜੀ ਤਾਂ ਫਾਦਰ ਸਾਹਿਬ ਨੇ ਕਿਹਾ ਕਿ ਮੇਰੇ ਨਾਲ, ਮੇਰੇ ਬ੍ਰਦਰ ਨਾਲ, ਮਨਤਾਰਨ ਸਿੰਘ ਘੁੰਮਣ ਨੇ ਮੇਰੇ ਬ੍ਰਦਰ ਵੱਡੇ, ਉਹ ਹਲੇ ਬਾਹਰ ਹੈ, ਤੇ ਮੇਰੀ ਭਾਬੀ ਨੇ ਹੇਮਦੀਪ ਕੌਰ, ਤੇ ਮੇਰਾ ਹਸਬੈਂਡ ਸਚਿਨ, ਉਹਨਾਂ ਨੇ ਆਪਣੇ ਚਾਰੋਂ ਬੱਚਿਆਂ ਨਾਲ ਬੈਠ ਕੇ ਸਲਾਹ ਕੀਤੀ ਇਸ ਚੀਜ਼ ਤੇ, ਫੋਨ ਤੇ ਮੇਰੇ ਨਾਲ ਸਾਹਮਣੇ। ਕਹਿੰਦੇ ਬੇਟਾ ਇਦਾਂ ਕਰਕੇ ਟਿਕਟ ਆਫਰ ਹੋ ਰਹੀ ਹੈ ਤੇ ਕੀ ਕੀਤਾ ਜਾਏ। ਤੇ ਮੈਨੂੰ ਲੱਗਦਾ ਮੈਂ ਪਹਿਲੀ ਸੀਗੀ ਜਿਹਨੇ ਕਿਹਾ ਕਿ ਲੜ ਲਓ। ਕਿਉਂ ਮੈਂ ਆ ਚੀਜ਼ ਕਹੀ? ਕਿਉਂਕਿ ਮੈਨੂੰ ਲੱਗਦਾ ਹੈ ਕਿ ਹੁਣ ਐਜ਼ ਅ ਯੂਥ, ਮਤਲਬ ਮੈਂ ਕਾਫੀ ਟਾਈਮ ਤੋਂ ਵੇਟ ਕਰ ਰਹੀ ਹਾਂ ਕਿ ਇੱਕ ਇਹੋ ਜਿਹਾ ਫੇਸ ਸਾਡੀ ਸੁਸਾਇਟੀ ਸਾਹਮਣੇ ਆਵੇ ਜਿਹੜਾ ਸਾਰੇ ਆਪਣੀ ਯੰਗ ਜਨਰੇਸ਼ਨ ਨੂੰ ਇੱਕ ਚੀਜ਼ ਸਿਖਾਏ ਕਿ ਐਜੂਕੇਸ਼ਨ ਦੀ ਕੀ ਇੰਪੋਰਟੈਂਸ ਹੈ, ਇੱਕ ਲਾਇਰ ਦੀ ਕੀ ਇੰਪੋਰਟੈਂਸ ਹੈ, ਤੇ ਕਿੰਨਾ ਇੰਪੋਰਟੈਂਟ ਹੈ ਇੱਕ ਇਨਸਾਨ ਜੋ ਆਲਰੇਡੀ ਆਪਣੀ ਕਮਿਊਨਿਟੀ ਨਾਲ ਇੰਨਾ ਜੁੜਿਆ ਹੋਇਆ ਹੈ, ਉਹ ਹੁਣ ਆਪਣੀ, ਜਿਹਨੂੰ ਕਹਿੰਦੇ ਨਾ, ਲੁਧਿਆਣੇ ਦੀ ਲਾਗ ਡਾੜ ਹੁਣ ਸਾਹਮਣੇ। ਮੈਂ ਸਿਰਫ ਇੱਕ ਬੇਟੀ ਹੋਣ ਦੇ ਨਾਤੇ ਨਹੀਂ ਤੁਹਾਨੂੰ ਆ ਗੱਲ ਕਰ ਰਹੀ, ਮੈਂ ਇੱਕ ਆਊਟਸਾਈਡਰ ਵੀ ਤੁਹਾਨੂੰ ਆ ਗੱਲ ਕਹਿ ਸਕਦੀ ਹਾਂ ਕਿ ਹੁਣ ਸਾਨੂੰ ਲੋੜ ਹੈ ਇੱਕ ਆਪਣੇ ਪੋਲੀਟੀਕਲ ਸਿਸਟਮ 'ਚ ਚੇਂਜ ਲੈ ਕੇ ਆਉਣ ਦੀ। ਤੇ ਮੈਂ ਬਹੁਤ ਖੁਸ਼ ਹਾਂ ਕਿ ਬਾਦਲ ਸਾਹਿਬ ਨੇ ਇਹ ਚੀਜ਼ ਨੂੰ ਵਿਚਾਰਿਆ, ਕਿਉਂਕਿ ਬਾਦਲ ਸਾਹਿਬ ਵੀ ਯੂਥ ਨਾਲ ਬਹੁਤ ਜੁੜੇ ਹੋਏ ਨੇ। ਅੱਛਾ, ਸਮਾਜ 'ਚ ਇੱਕ ਹਵਾ ਉੱਡ ਰਹੀ ਹੈ ਕਿ 1.5 ਸਾਲ ਦਾ ਇਲੈਕਸ਼ਨ ਹੈ, 2 ਸਾਲ ਦਾ, ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਣਾ ਹੈ। ਤੇ ਜਿਹੜੇ ਪੁਰਾਣੇ ਜਿਹੜੇ ਅਕਾਲੀ ਸੀ, ਜਿਹਨੇ ਖਾੜਕੂ ਅਕਾਲੀ ਆਪਾਂ ਕਹਿੰਦੇ ਨੇ, ਉਹਨਾਂ ਨੇ ਸਿਲੰਡਰ ਕਰਤਾ ਸੀ ਅਸੀਂ ਨਹੀਂ ਲੜਨਾ, ਕੋਈ ਖਰਚਾ ਤਾਂ ਹੁੰਦਾ ਹੀ ਹੁੰਦਾ, ਸਿੱਧੀ ਜਿਹੀ ਗੱਲ ਹੈ ਇਸ ਇਲੈਕਸ਼ਨ 'ਚ। ਉਹਨਾਂ ਨੇ ਕਿਹਾ ਅਸੀਂ ਨਹੀਂ ਲੜਨਾ, ਇਸ ਕਰਕੇ ਫਿਰ ਇੱਕ ਨਵਾਂ ਕੈਂਡੀਡੇਟ ਉਹਨਾਂ ਨੇ, ਕਿਉਂਕਿ ਜੇ ਅਗਰ ਪਿਛਲੀ ਵਾਰ ਦੀ ਗੱਲ ਕਰੀਏ ਤੇ ਮਹੇਸ਼ਿੰਦਰ ਲੜੇ ਨੇ, ਹੋਰ ਵੀ ਕਈ ਅਕਾਲੀ ਲੜੇ ਨੇ, ਤੇ ਫਿਰ ਉਹਨਾਂ ਨੇ ਬੜੀ ਖੋਗ ਕੀਤੀ ਗਈ, ਤੇ ਫਿਰ ਤੁਹਾਡੇ ਫਾਦਰ ਸਾਹਿਬ ਦਾ ਕਹਿੰਦੇ ਨਾਂ ਅੱਗੇ ਆਇਆ ਕਿ ਇਹਨਾਂ ਨੂੰ ਅਪਰੋਚ ਕੀਤੀ ਜਾਵੇ ਤੇ ਇਹਨਾਂ ਨੂੰ ਲੜਾਇਆ ਜਾਵੇ। ਇਹ ਸੱਚ ਸੀ? ਦੇਖੋ, ਮੈਂ ਆਪਣੀ ਸਾਰੀ ਲੀਡਰਸ਼ਿਪ ਦੀ ਬਹੁਤ ਇੱਜ਼ਤ ਕਰਦੀ ਹਾਂ, ਕਿਉਂਕਿ ਮੈਂ ਹਰ ਇੱਕ ਦੇ ਨਾਲ ਛੋਟੇ ਹੁੰਦੇ ਤੋਂ, ਜਿਹਨੂੰ ਕਹਿ ਸਕਦੇ ਨਾ, ਹੱਥਾਂ 'ਚ ਖੇਡਣੀ ਹੋਈ ਹੈ, ਕਿਉਂਕਿ ਮੈਂ ਤਾਂ ਛੋਟੇ ਤੋਂ ਪੋਲੀਟੀਕਲ ਸਿਸਟਮ 'ਚ ਰਹੀ ਹਾਂ। ਮੇਰੇ ਫਾਦਰ ਸਾਹਿਬ ਕਦੇ ਇਲੈਕਸ਼ਨ 'ਚ ਲੜੇ ਨਹੀਂ, ਪਰ ਸ਼ੁਰੂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਅਸੀਂ। ਤੇ ਜਿੱਥੇ ਤੱਕ ਤੁਸੀਂ ਆਹ ਗੱਲ ਪੁੱਛ ਰਹੇ ਹੋ, ਮੈਂ 100% ਸੱਚ ਨਹੀਂ ਕਹੂੰਗੀ। ਬਾਦਲ ਸਾਹਿਬ ਤੇ ਫਾਦਰ ਸਾਹਿਬ ਬਹੁਤ ਟਾਈਮ ਤੋਂ ਇਸ ਚੀਜ਼ ਦੀ ਗੱਲ ਸੀਗੇ, ਸ਼ੁਰੂ ਤੋਂ ਹੀ, ਕਿ ਹਾਂਜੀ ਕੋਈ ਨਾ ਕੋਈ ਕਨੈਕਸ਼ਨ ਰਹਿਣਾ ਚਾਹੀਦਾ ਹੈ। ਟਾਈਮ ਹੈ ਹੁਣ ਕਿ ਜੀ ਜਿਹੜੇ ਇਨਸਾਨ ਨੇ ਇੰਨੇ ਸਾਲ ਆਪਣੇ ਅਕਾਲੀ ਦਲ ਨੂੰ ਦੇਤੇ ਨੇ, ਕਿ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ। ਤੁਸੀਂ ਇੱਕ ਗੱਲ ਬੜੀ ਵਧੀਆ ਕੀਤੀ ਕਿ ਇਲੈਕਸ਼ਨ ਸਿਰਫ 1.5 ਸਾਲ ਦਾ ਸਮਾਂ ਹੈ। ਤੁਸੀਂ 1.5 ਸਾਲ ਦੇਖ ਲਓ, ਮੈਂ 1 ਸਾਲ ਦੇਖ ਰਹੀ ਹਾਂ। ਮੈਂ 1 ਸਾਲ ਕਿਉਂ ਦੇਖ ਰਹੀ ਹਾਂ? ਕਿ ਦੇਖੋ ਹੁਣ ਤਾਂ ਜੂਨ 'ਚ ਤਾਂ ਰਿਜ਼ਲਟ ਆਉਣਾ ਹੈ। ਰਿਜ਼ਲਟ ਜੋ ਮਰਜ਼ੀ ਹੋਵੇ, ਹੱਕ 'ਚ ਹੋਵੇ ਕਿ ਨਾ ਹੋਵੇ, ਪਰ ਰਿਜ਼ਲਟ ਹੈ। ਉਹ ਤੋਂ ਬਾਅਦ 1 ਸਾਲ ਬਾਅਦ ਫਿਰ ਕੈਂਪੇਨਿੰਗ ਸਟਾਰਟ ਹੋਏਗੀ 2027 ਵਾਸਤੇ। ਮੈਂ 1 ਸਾਲ ਦਾ ਟਾਈਮ ਲੈ ਕੇ ਚੱਲ ਰਹੀ ਹਾਂ। ਉਹ 1 ਸਾਲ ਕਿੱਦਾਂ ਸਿਰ ਡਾ ਕੇ ਮਿਹਨਤ ਕਰਕੇ ਅਸੀਂ, ਮੇਰੀ ਅਪੀਲ ਹੈ ਕਿ ਲੋਕੀ ਸਾਨੂੰ ਜਿਤਾਣ, ਮੇਰੀ ਅਪੀਲ ਹੈ ਕਿ ਲੋਕੀ ਸਾਨੂੰ ਅੱਗੇ ਲੈ ਕੇ ਆਉਣ, ਤਾਂ ਕਿ 1 ਸਾਲ ਐਟਲੀਸਟ ਉਹ ਦੇਖਣ ਕਿ ਘੁੰਮਣ ਸਾਹਿਬ ਕਿਆ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਇੰਨੇ ਸਾਲ ਲੋਕਾਂ ਵਾਸਤੇ, ਆਪਣੀ ਸੁਸਾਇਟੀ ਵਾਸਤੇ। ਛੋਟੀ ਜਿਹੀ ਗੱਲ ਕਹੂੰਗੀ, ਅਸੀਂ ਪੰਚਸ਼ੀਲ ਵਿਹਾਰ ਸ਼ਿਫਟ ਹੋਏ ਹਾਂ। ਸ਼ਿਫਟ ਹੁੰਦੇ ਸਾਰ ਮੇਰੇ ਫਾਦਰ ਸਾਹਿਬ ਨੇ ਇੱਥੇ ਦੀ ਕਮਿਊਨਿਟੀ ਨੂੰ ਇਕੱਠੇ ਕੀਤਾ। ਤੁਸੀਂ ਇੱਥੇ ਕਿਸੇ ਨੂੰ ਵੀ ਜਾ ਕੇ ਪੁੱਛ ਲਓ, ਇੱਥੇ ਗੇਟ ਸਿਸਟਮ ਲਗਵਾਇਆ, ਇੱਥੇ ਸੜਕਾਂ ਪੂਰੀਆਂ ਠੀਕ ਕਰਵਾਈਆਂ, ਸਾਰਾ ਕੁਝ ਆਪਣੇ ਕਹਿ ਕੇ। ਪਰ ਆ ਨਹੀਂ ਕਿ ਉਹਨਾਂ ਨੇ ਆਪਣੇ ਪੱਲਿਓਂ ਪੈਸੇ ਲਗਾਏ, ਉਹਨਾਂ ਨੇ ਸਹੀ ਤਰੀਕਾ ਚੂਜ਼ ਕੀਤਾ, ਗਾਈਡੈਂਸ, ਪ੍ਰੋਪਰ ਗਾਈਡੈਂਸ ਦਿੱਤੀ। ਉਹਨਾਂ ਨੂੰ ਪਤਾ ਹੈ ਕਿ ਕਿਹੜੇ ਦਰਵਾਜ਼ੇ ਖੜਖੜਾਣੇ ਕਿਹੜੇ ਕੰਮ ਵਾਸਤੇ, ਜੋ ਕਿ ਹਰ ਇੱਕ ਨੂੰ ਨਹੀਂ ਪਤਾ ਹੁੰਦਾ। ਇਹ ਗੱਲ ਤੁਸੀਂ ਐਗਰੀ ਕਰੋਗੇ? ਨਹੀਂ ਚਲੋ ਬਿਲਕੁਲ, ਮੈਂ ਤਾਂ ਇਹ ਗੱਲ ਮੰਨਦਾ, ਪਰ ਲੇਕਿਨ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ। ਦੇਖੋ, ਮੇਰੀ ਥੋੜੀ ਜਿਹੀ ਗੱਲਾਂ ਤਿੱਖੀਆਂ ਨੇ। ਇੱਕ ਗੱਲ ਮੈਂ ਹੋਰ ਕਹੂੰਗਾ ਕਿ ਇਹ ਗੱਲ ਕਹੀ ਗਈ ਹੈ ਕਿ ਜੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੇ ਤੁਹਾਨੂੰ ਬਹੁਤਾ ਜਿਹੜੇ ਲੋਕਲ ਲੀਡਰਸ਼ਿਪ ਹੈ, ਸਪੋਰਟ ਘੱਟ ਮਿਲ ਰਿਹਾ। ਇਹ ਸੱਚ ਹੈ, ਇਹ ਮੈਂ ਸਮਾਜ ਤੋਂ ਸੁਣਿਆ ਹੈ ਕਿ ਬਹੁਤ ਘੱਟ ਮਿਲ ਰਿਹਾ। ਜਿਹੜਾ ਠੀਕ ਹੈ, ਇੱਕ ਅਕਾਲੀ ਦਲ ਦਾ ਜਿਹੜਾ ਕੈਡਰ ਹੈ, ਵਰਕਰ, ਉਹ ਤੁਰਤੇ ਰਿਹਾ, ਨੋ ਡਾਊਟ ਤੁਰਤੇ ਰਿਹਾ। ਜਿੱਦਾਂ ਹੁਣ ਆਪਾਂ ਇੱਧਰਲੀ ਗੱਲ ਕਰਦੀ ਹੈ, ਕਾਂਗਰਸ ਦੀ ਦੇਖੋ ਕਿੰਨੀ ਲੀਡਰਸ਼ਿਪ ਆ ਕੇ ਬੈਠੀ ਹੋਈ ਹੈ। ਈਵਨ ਤੱਕ ਜਿਹੜੇ ਮੁੱਖ ਮੰਤਰੀ ਨੇ ਸਾਬਕਾ, ਉਹ ਬੈਠੇ ਹੋਏ ਨੇ। ਉਸ ਤੋਂ ਬਾਅਦ ਗੁਰਜੀਤ ਰਾਣਾ ਬੈਠੇ ਹੋਏ ਨੇ। ਉਸ ਤੋਂ ਬਾਅਦ ਜਿਹੜੇ ਹਾਕੀ ਪਲੇਅਰ ਨੇ ਜਲੰਧਰ ਤੋਂ ਨੇ ਜਿਹੜੇ, ਉਹ ਬੈਠੇ ਹੋਏ ਨੇ। ਕਹਿਣ ਦਾ ਮਤਲਬ ਕਿ ਤੁਹਾਡੇ ਨਾਲ ਕਿਤੇ ਨਾ ਕਿਤੇ ਕੁਝ ਘੱਟ ਦਿਖਦੇ ਨੇ। ਅਰਵਿੰਦਰ ਜੀ, ਮੈਂ ਇੱਕ ਬੜੀ ਸਿੰਪਲ ਗੱਲ ਕਹੂੰਗੀ, ਲੋਕਾਂ ਦਾ ਨਜ਼ਰੀਆ ਹੈ ਜੀ। ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੂੰਗੀ ਕਿ ਲੀਡਰਸ਼ਿਪ ਸਾਡੇ ਨਾਲ ਨਹੀਂ ਹੈ। ਤੁਹਾਨੂੰ ਉਹ ਲੋਕੀ ਦਿਖ ਰਹੇ ਨੇ ਕਿਉਂਕਿ ਉਹ ਹਰ ਵੇਲੇ ਕੋਈ ਨਾ ਕੋਈ ਮੀਡੀਆ ਚੈਨਲ ਤੇ ਫੇਮਸ ਹੋ ਜਾਂਦੇ ਨੇ। ਸਾਡੀ ਜਿਹੜੀ ਲੀਡਰਸ਼ਿਪ ਉਹ ਲੋਕਾਂ ਦੇ ਦਿਲਾਂ 'ਚ ਬੈਠੀ ਹੋਈ ਹੈ। ਮੈਂ ਆ ਬਿਲਕੁਲ ਨਹੀਂ ਕਹਿ ਸਕਦੀ ਕਿ ਸਾਡੇ ਨਾਲ ਲੀਡਰਸ਼ਿਪ ਨਹੀਂ ਤੁਰ ਰਹੀ ਹੈ। ਕਿਉਂ ਕਹਾਂ? ਕਿਉਂਕਿ ਅੱਜ ਸ਼ਾਮ ਜਿਵੇਂ ਮੇਰਾ ਡੋਰ ਟੂ ਡੋਰ ਵੀ ਜੇ ਹੈ। ਕਿਉਂ ਕਹਾਂ ਗੱਲ ਵੱਖਰੀ ਹੈ ਜਾਂ ਕਹਿਣਾ ਹੀ ਨਹੀਂ ਹੈ ਉਹ ਗੱਲ ਵੱਖਰੀ ਹੈ? ਨਹੀਂ ਜੀ, ਲੀਡਰਸ਼ਿਪ ਸਾਡੇ ਨਾਲ। ਮੈਂ ਇਹ ਗੱਲ ਸਾਹਮਣੇ ਤੁਹਾਨੂੰ ਕਹੂੰਗੀ, ਮੇਰੀ ਜਿੰਨੀ ਡੋਰ ਟੂ ਡੋਰ ਕੈਂਪੇਨਿੰਗ ਹੈ, ਹਰ ਇੱਕ ਵਾਰਡ ਦੇ ਵਿੱਚ ਜਿਹੜੇ ਲੀਡਰ ਦੀ ਡਿਊਟੀ ਲੱਗੀ ਹੈ, ਉਹ ਸਾਰੇ ਸਾਨੂੰ ਬੁਲਾ ਰਹੇ ਨੇ। ਸਾਰੇ ਸਾਨੂੰ ਬਹੁਤ ਪਿਆਰ ਨਾਲ
ਸਮਝਾ ਰਹੇ ਨੇ, ਗਾਈਡ ਕਰ ਰਹੇ ਨੇ। ਉਹਨਾਂ ਨੂੰ ਵੀ ਪਤਾ ਅਸੀਂ ਨਵੇਂ ਆ, ਉਹਨਾਂ ਨੂੰ ਵੀ ਪਤਾ ਹੈ ਕਿ ਬੇਟੀ ਸਾਡੀ ਪਹਿਲੀ ਵਾਰ ਤੁਰ ਰਹੀ ਹੈ, ਪਰ ਜੋ ਹੰਗਾਰਾ ਸਾਡੇ ਲੀਡਰਸ਼ਿਪ ਸਾਨੂੰ ਦੇ ਰਹੀ ਹੈ, ਮੈਨੂੰ ਲੱਗਦਾ ਨਹੀਂ। ਨਾਲੇ ਅਕਾਲੀ ਦਲ ਤਾਂ, ਮੇਰੀ ਗੱਲ ਸੁਣੋ, ਇਹ ਇਲੈਕਸ਼ਨ ਸਿਰਫ ਮੇਰੇ ਫਾਦਰ ਸਾਹਿਬ ਦੀ ਨਹੀਂ ਹੈ, ਇਹ ਪੂਰਾ ਅਕਾਲੀ ਦਲ ਦੀ ਇਲੈਕਸ਼ਨ ਹੈ। ਕਿਉਂ ਹੈ? ਮੈਂ ਇਸੇ ਕਰਕੇ ਕਹਿ ਰਿਹਾ, ਜੇ ਮੈਂ ਹੁਣ ਲੀਡਰ ਅਕਾਲੀ ਦਲ ਦੀ ਗੱਲ ਕਰਾਂ ਤੇ ਜਿਹੜੇ ਵੱਡੇ ਬਾਦਲ ਸਾਹਿਬ ਸੀ, ਜਦੋਂ ਉਹਨਾਂ ਦਾ ਚਲਾਣਾ ਹੋ ਗਿਆ, ਉਸ ਤੋਂ ਬਾਅਦ ਅਕਾਲੀ ਦਲ ਖੇਰੂ ਹੋ ਗਿਆ। ਲੁਧਿਆਣੇ 'ਚ ਖਾਸ ਕਰ ਬੜੇ ਐਵੇਂ ਦੇ ਚਿਹਰੇ ਨੇ, ਸ਼ਾਇਦ ਤੁਸੀਂ ਨਾ ਜਾਣਦੇ ਹੋ, ਜਿਹੜੇ ਤੁਹਾਨੂੰ ਛੱਡ ਕੇ ਚਲੇ ਗਏ। ਚਾਹੇ ਮੈਂ ਤਨਵੀਰ ਕਹਿ ਦੇਵਾਂ, ਗੋਸ਼ਾ ਕਹਿ ਦੇਵਾਂ, ਬੱਬਲ ਕਹਿ ਦੇਵਾਂ, ਨਿਰਮਲ ਸਿੰਘ ਕਹਿ ਦੇਵਾਂ, ਇਹ ਬਹੁਤ ਨਾਂ ਨੇ। ਮੈਂ ਕਿਉਂਕਿ ਤੁਸੀਂ ਅਜੇ ਰਾਜਨੀਤਿਕ ਨਾਲ ਜੁੜੇ ਨਹੀਂ ਹੋ ਮੇਰੇ ਖਿਆਲ ਨਾਲ, ਤਾਂ ਇਹ ਨਾਂ ਨੂੰ ਸ਼ਾਇਦ ਘੱਟ, ਉਹ ਕਦੇ ਪੱਕੇ ਅਕਾਲੀ ਹੁੰਦੇ ਸੀ। ਹੁਣ ਭਿੰਡਰ ਸਾਹਿਬ ਨੇ, ਉਹ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਦੇ, ਆਮ ਆਦਮੀ ਪਾਰਟੀ ਤੋਂ। ਤੁਸੀਂ ਇੱਦਾਂ ਦੇ ਨਾਂ, ਮੈਂ ਕਹਿੰਦਾ ਉਦੋਂ ਤੋਂ ਅਕਾਲੀ ਦਲ ਥੋੜੀ ਜਿਹੀ ਖਿੰਡਰੀ ਹੈ, ਮਤਲਬ ਪ੍ਰੋਬਲਮਸ ਉਹਨਾਂ ਨੂੰ ਜ਼ਿਆਦਾ ਫੇਸ ਕਰਨੀਆਂ ਪਈਆਂ ਨੇ। ਚਲੋ ਇਹ ਗੱਲ ਜੇ ਤੁਸੀਂ ਕਹਿ ਰਹੇ ਹੋ, ਮੈਂ ਆ ਕਹਿ ਦੂੰਗੀ ਕਿ ਸਮਾਂ ਬਹੁਤ ਲੱਗ ਗਿਆ, ਪਰ ਜੋ ਇੱਕ ਗੱਲ ਮੈਂ ਕਹਿੰਦੀ ਹਾਂ, ਸ਼ੇਰ ਸੁੱਤਾ ਹੁੰਦਾ, ਸ਼ੇਰ ਕਦੇ ਗਾਇਬ ਨਹੀਂ ਹੁੰਦਾ ਆਪਣੇ ਰਾਜ ਤੋਂ। ਸਾਡੀ ਅਕਾਲੀ ਦਲ ਸਾਰੇ ਜਾਣੇ ਫੇਰ ਇਕੱਠੇ ਹੋ ਕੇ ਆਣਗੇ, ਤੁਸੀਂ ਬਹੁਤ ਛੇਤੀ ਦੇਖੋਗੇ। ਅਸੀਂ ਸਾਰੇ ਇੱਕੋ ਹੀ ਹਾਂ, ਅਸੀਂ ਇੱਕ ਪਰਿਵਾਰ ਦਾ ਹਿੱਸਾ ਹਾਂ। ਚਲੋ ਤੁਸੀਂ ਐਜ਼ ਏ ਬੇਟੀ ਕੰਪੇਨ ਕਰ ਰਹੇ ਹੋ, ਹਾਂਜੀ, ਕਿਸੇ ਦੇ ਘਰ ਜਾਂਦੇ ਹੋ, ਕਿਸੇ ਵੀ ਵੋਟਰ ਨੂੰ ਮਿਲਦੇ ਹੋ, ਰਿਸਪੌਂਸ ਕਿਸ ਤਰੀਕੇ ਦਾ? ਕਿਉਂਕਿ ਲੀਡਰਾਂ ਦੇ ਅੱਗੇ ਇੱਕ ਵਾਰ ਬੰਦਾ ਫਿਰ ਵੀ ਝੂਠੀ ਮੋਠੀ ਕੀ ਸਤਿ ਸ੍ਰੀ ਅਕਾਲ ਜਾਂ ਨਮਸਤੇ ਬੁਲਾ ਦੇਣਾ। ਰਵਿੰਦਰ ਜੀ, ਤੁਹਾਨੂੰ ਇੱਕ ਬੜੀ ਪਰਸਨਲ ਗੱਲ ਦੱਸੂਗੀ। ਮੈਂ ਸਭ ਤੋਂ ਪਹਿਲਾਂ ਕੈਂਪੇਨਿੰਗ ਸ਼ੁਰੂ ਕੀਤੀ ਪਾਰਕਸ ਤੋਂ। ਮੈਂ ਇੱਕ ਪਾਰਕ ਸਵੇਰੇ 6, 6:30, 7 ਵਜੇ ਤੇ ਸ਼ਾਮੀ 2 ਆਪਣੇ ਟਾਈਮ ਬਣ ਲਏ, ਤੇ ਮੈਂ ਬਣ ਕੇ ਗਈ ਨਾਰਮਲ ਯੂਥ ਦੀ, ਹੁੰਦੇ ਨਹੀਂ, ਮੈਂ ਉਹਨਾਂ ਨੂੰ ਕਹਿਤਾ ਸੀਗਾ ਕਿ ਮੈਂ ਯੂਥ ਵੱਲੋਂ ਅਸੀਂ ਕੈਂਪੇਨਿੰਗ ਕਰ ਰਹੇ ਹਾਂ, ਨਾਰਮਲ ਸਰਵੇ ਲੈ ਰਹੇ ਹਾਂ। ਮੈਂ ਹਰ ਇੱਕ ਦਾ ਨਾਮ ਲੈ ਕੇ ਪੁੱਛਿਆ, ਤੇ ਲੋਕਾਂ ਨੇ ਅਕਾਲੀ ਦਲ ਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ, ਬਹੁਤ ਜ਼ਿਆਦਾ। ਉਹ ਯਾਦ ਕਰਦੇ ਨੇ ਹੁਣ ਅਕਾਲੀ ਦਲ ਨੂੰ। ਮੈਂ ਸਿਰਫ ਫਾਦਰ ਸਾਹਿਬ ਦੀ ਗੱਲ ਨਹੀਂ ਕਰੂੰਗੀ, ਮੈਂ ਅਕਾਲੀ ਦਲ ਦੀ ਗੱਲ ਨਹੀਂ, ਪਰੋਪਕਾਰ ਸਿੰਘ ਘੁੰਮਣ ਦੀ ਨੂੰ ਕੁੜੀ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ ਕਿ ਯੂਥ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ? ਮੈਨੂੰ ਬੋਥ ਵੇਜ਼ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਿਆ। ਮੈਂ ਬੋਥ ਵੇਜ਼ ਕਿਉਂ ਕਹੂੰਗੀ, ਫਾਦਰ ਸਾਹਿਬ ਮੇਰੇ ਵੈਸਟ ਹਲਕੇ ਦੇ ਵਿੱਚ ਜੰਮੇ ਪਲੇ ਨੇ, ਅਸੀਂ ਵੀ ਜੰਮਪਲ ਉੱਥੇ ਹੋਈ ਹੈ, ਵਿਆਹ ਇੱਥੇ ਹੋਇਆ, ਲਾਈਫ ਇੱਥੇ ਹੀ ਕੱਢੀ ਹੈ। ਹਰ ਇੱਕ ਘਰ ਦੇ ਵਿੱਚ, ਭਾਵੇਂ ਛੋਟੇ ਤੋਂ ਛੋਟਾ ਘਰ ਹੋਵੇ, ਭਾਵੇਂ ਸਾਡਾ ਕੋਈ ਭਾਈਚਾਰਾ ਹੋਵੇ, ਕੋਈ ਵੀ ਹੋਵੇ, ਹਰ ਇੱਕ ਘਰ ਵਿੱਚ ਮੇਰੇ ਫਾਦਰ ਸਾਹਿਬ ਪਹੁੰਚੇ ਹੋਏ ਨੇ ਉਹਨਾਂ ਦੇ ਕੰਮਾਂ ਕਰਕੇ। ਲੋਕੀ ਸਾਨੂੰ ਜਾਣਦੇ ਆ, ਲੋਕੀ ਫਾਦਰ ਸਾਹਿਬ ਨੂੰ ਜਾਣਦੇ, ਔਰ ਲੋਕੀ ਪਿਆਰ ਵੀ ਦਿੰਦੇ ਨੇ। ਮੈਂ ਕਹਿੰਦੀ ਹਾਂ, ਮੇਰੇ ਲਈ ਇਲੈਕਸ਼ਨ ਅੱਧ ਤੋਂ ਜ਼ਿਆਦਾ ਜਿੱਤੀ ਹੋਈ ਹੈ ਆਹੀ ਦੇਖ ਕੇ ਕਿ ਜਿੰਨਾ ਪਿਆਰ ਸਾਨੂੰ ਮਿਲ ਰਿਹਾ, ਇੱਕ ਨਿਊ ਫੇਸ ਨੂੰ ਮਿਲ ਰਿਹਾ, ਇੰਨਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮਿਲ ਰਿਹਾ। ਚਲੋ ਅਸੀਂ ਜਰਨਲ ਜਦੋਂ ਜਾਂਦੇ ਆ ਮਾਰਕੀਟ 'ਚ ਜਾਂ ਕਿਸੇ ਨੂੰ ਮਿਲਦੇ ਆ ਜਾਂ ਆਂਢ ਗੁਆਂਢ ਮਿਲਦੇ ਆ, ਇੱਕ ਗੱਲ ਤਾਂ ਮੈਂ ਵੀ ਕਹਿੰਦਾ ਕਿ ਲੋਕ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਅਕਾਲੀ ਦਲ ਨੇ ਜਿਸ ਸ਼ਖਸ ਨੂੰ ਟਿਕਟ ਦਿੱਤੀ ਹੈ ਉਹ ਵਿਅਕਤੀਗਤ ਬਹੁਤ ਅੱਛੇ ਲੋਕ ਨੇ, ਬਹੁਤ ਵਧੀਆ ਨੇ, ਨੇਚਰ ਵਾਈਜ਼ ਬਹੁਤ ਹੈਲਪ ਕਰਦੇ ਨੇ ਲੋਕਾਂ ਦੀ। ਇਹ ਲੋਕਾਂ ਤੋਂ ਮੈਂ ਵੀ ਸੁਣਿਆ। ਪਰ ਜਦੋਂ ਉਹੀ ਲੋਕ ਜਦੋਂ ਇਹ ਕਹਿੰਦੇ ਨੇ ਅਕਾਲੀ ਦਲ ਹਜੇ ਸਰਵਾਈਵ ਨਹੀਂ ਕਰ ਰਿਹਾ, ਫਿਰ ਮੈਂ ਉਹੀ ਸੋਚਦਾ, 2 ਦਿਨ ਉਹਨੇ ਕਹਿੰਦੇ ਕੈਂਡੀਡੇਟ ਤੋਂ ਬਹੁਤ ਵਧੀਆ ਉਹਨਾਂ ਨੇ ਦਿੱਤਾ। ਉਹਨੇ ਇਹ ਗੱਲ ਕਹਿੰਦੇ ਨੇ ਲੋਕ, ਮੈਂ ਵੀ ਸੁਣਿਆ ਤੇ ਮੈਂ ਵੀ ਆਂਢ ਗੁਆਂਢ ਥੋੜਾ ਜਿਹਾ ਇਹ ਚਰਚਾ ਰੱਖਦਾ ਕਿ ਕਿਹਨੂੰ ਵੋਟ ਦੇ ਦਿਓ। ਚਲੋ ਮੈਂ ਗੱਲ ਨਹੀਂ, ਮੈਂ ਫਰੈਂਡਲੀ ਕਿਸੇ ਨੂੰ ਪੁੱਛਦਾ, ਕਹਿੰਦਾ ਕੈਂਡੀਡੇਟ ਬਹੁਤ ਇੰਟੈਲੀਜੈਂਟ ਹੈ, ਪੜ੍ਹਿਆ ਲਿਖਿਆ, ਸੂਝਵਾਨ ਹੈ, ਬਟ ਦਲ ਦੀ ਜਦੋਂ ਗੱਲ ਆ ਜਾਂਦੀ ਤੇ ਕਹਿੰਦੇ ਨੇ ਥੋੜਾ ਜਿਹਾ ਹਜੇ ਸਰਵਾਈਵ ਕਰਨ ਦੀ ਲੋੜ ਹੈ। ਇੱਕ ਮੇਰਾ ਕੁਐਸਚਨ ਹੋਰ ਲਓ, ਜਿੱਥੇ ਤੁਸੀਂ ਇਲੈਕਸ਼ਨ ਲੜ ਰਹੇ ਹੋ, ਰਾਜ ਸਭਾ ਮੈਂਬਰ ਇਲੈਕਸ਼ਨ ਲੜ ਰਿਹਾ ਹੈ ਅਰੋੜਾ ਸਾਹਿਬ। ਦੂਸਰੀ ਗੱਲ, ਜਿਸ ਕਾਂਗਰਸ ਨਾਲ ਜਿਸ ਸ਼ਖਸ ਨਾਲ ਤੁਹਾਡੀ ਟੱਕਰ ਹੈ, ਉਹ ਕਿਤੇ ਨਾ ਕਿਤੇ ਹਿੰਦੂ ਚਿਹਰੇ ਨੂੰ ਲੈ ਕੇ ਮੁੱਖ ਮੰਤਰੀ ਦਾ ਫੇਸ ਸੀਗਾ ਉਹਨਾਂ ਦੀ ਪਾਰਟੀ 'ਚ। ਇਹ ਦੋਨੋਂ ਟੱਕਰ ਵਾਲੇ ਬੰਦੇ ਨੇ। ਹੁਣ ਤੁਸੀਂ ਆਪਣੇ ਆਪ ਨੂੰ ਕਿਵੇਂ in ਦੋਨਾਂ ਦੇ ਵਿੱਚ ਦੇਖਦੇ ਹੋ? ਕਿ ਮਤਲਬ ਤੁਸੀਂ ਮੰਨਦੇ ਹੋ ਕਿ ਟੱਕਰ ਇਸ ਟਾਈਮ ਅਰੋੜਾ ਸਾਹਿਬ, ਆਸ਼ੂ ਸਾਹਿਬ ਤੇ ਪਾਪਾ ਦੀ? ਨਹੀਂ, ਚਲੋ ਜੀਵਨ ਗੁਪਤਾ ਜੀ ਹੁਣ ਆਏ ਨੇ, ਚਲੋ ਤੁਸੀਂ ਕਹਿ ਲਓ, ਮੈਂ ਇਹ ਦੋਨੋਂ ਨੇ। ਜੀਵਨ ਗੁਪਤਾ ਦਾ ਐਜ਼ ਏ ਰਾਜਨੀਤਿਕ ਕੈਰੀਅਰ, ਚਲੋ ਉਹ ਸੰਘ 'ਚ ਨੇ, ਉੱਥੇ ਕੰਮ ਕੀਤਾ, ਹਜੇ ਤੱਕ ਨਾ ਉਹ ਆਪਣਾ ਕਾਉਂਸਲਰ ਬਣੇ ਨੇ, ਨਾ ਹਜੇ ਤੱਕ ਉਹ ਵਿਧਾਇਕ ਬਣੇ ਨੇ, ਨਾ ਹਜੇ ਤੱਕ ਸੰਸਦ ਬਣੇ। ਇਹ ਦੋਨਾਂ ਨੇ ਤੋਂ ਇੱਕ ਤਾਂ ਰਾਜ ਸਭਾ ਮੈਂਬਰ ਹੈ, ਇੱਕ ਕੈਬਨਿਟ ਮੰਤਰੀ ਹੈ, ਪੂਰਵ ਕੈਬਨਿਟ ਮੰਤਰੀ। ਉਹ ਦੋਨਾਂ ਦਾ ਮੈਂ ਐਕਸਪੀਰੀਅੰਸ ਕਹਿ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਆਪਣੀ ਟੱਕਰ? ਮੈਂ ਇੱਕ ਬਹੁਤ ਸਟਰੋਂਗ ਕੰਪੀਟੀਸ਼ਨ ਦੇਖਦੀ ਹਾਂ ਤੇ ਬਹੁਤ ਫੇਅਰ ਕੰਪੀਟੀਸ਼ਨ। ਮੈਂ ਕੰਪੀਟੀਸ਼ਨ ਵਰਡ ਯੂਜ਼ ਕੀਤਾ ਇਸ ਟਾਈਮ। ਇੱਕ ਗੱਲ ਤੁਸੀਂ ਮੰਨਦੇ ਹੋ ਕਿ ਜਦ ਆਪਾਂ ਇਲੈਕਸ਼ਨ 'ਚ ਖੜਦੇ ਹਾਂ, ਇੱਕ ਬੜਾ ਫੇਅਰ ਐਂਡ ਸਕੁਅਰ ਕੰਪੀਟੀਸ਼ਨ ਹੋਣਾ ਚਾਹੀਦਾ, ਮੰਨਦੇ ਹੋ ਆ ਗੱਲ? ਮੈਂ ਸਿਰਫ ਆ ਦੇਖਦੀ ਹਾਂ ਕਿ ਜਿੱਦਾਂ ਮਾਹੌਲ ਬਣਾਤਾ ਹੈ, ਮੈਂ ਨਹੀਂ ਕਹਿੰਦੀ ਆਸ਼ੂ ਸਰ ਨੇ ਬਣਾਇਆ, ਮੈਂ ਨਹੀਂ ਕਹਿੰਦੀ ਅਰੋੜਾ ਸਾਹਿਬ ਨੇ ਬਣਾਇਆ, ਪਰ ਜਿੱਦਾਂ ਦਾ ਬਣਾਤਾ ਹੈ ਮਾਹੌਲ, ਇਹ ਡਰ ਗਏ ਨੇ ਹੁਣ ਸਾਡੇ ਤੋਂ। ਕਿਉਂ ਡਰੇ ਪਏ ਨੇ? ਕਿਉਂਕਿ ਜਿੰਨਾ ਸਾਡਾ ਪੋਸਟਰ ਲੱਗਦਾ, ਅਸੀਂ ਪੋਸਟਰ ਲਗਵਾਉਣੇ ਬੰਦ ਕਰਤੇ। ਮੈਂ ਤੁਹਾਨੂੰ ਬੜੀ ਸੱਚੀ ਧਰਮੀ ਗੱਲ ਕਰਾਂ, ਕਿਉਂਕਿ ਕੈਂਪੇਨਿੰਗ ਸਾਰੀ ਮੈਂ ਹੀ ਦੇਖਦੀ ਹਾਂ।
ਮੈਂ ਔਰ ਮੇਰੇ ਹਸਬੰਡ ਡਿਸਾਈਡ ਕਰਕੇ ਪੋਸਟਰ ਲਗਵਾਣੇ ਹੁਣ ਪੌਜ਼ ਕਰ ਚੁੱਕੇ ਹਾਂ, ਕਿਉਂਕਿ ਅਸੀਂ ਜਿੱਥੇ ਪੋਸਟਰ ਲਗਵਾਉਂਦੇ ਹਾਂ ਜਾਂ ਤਾਂ ਪਾੜਿਆ ਜਾਂਦਾ ਹੈ ਜਾਂ ਕਾਲਕ ਪੋਤੀ ਜਾਂਦੀ ਹੈ। ਸਾਡੇ ਕੋਲ ਬਕਾਇਦਾ ਫੋਟੋਜ਼ ਐਂਡ ਵੀਡੀਓਜ਼ ਹੈ ਜਿੱਥੇ ਨਾਲ ਬਾਕੀ ਪੋਸਟਰਸ ਵੀ ਹੈ, ਪਰ ਸਾਡੇ ਵਾਲਿਆਂ ਤੇ ਕਾਲਕ ਕਿਉਂ? ਪੁੱਛਿਆ ਜਾਵੇ ਸਵਾਲ, ਤੁਸੀਂ ਕਿਸੇ ਕੈਂਡੀਡੇਟ ਨੂੰ ਫੇਅਰਲੀ ਕਿਉਂ ਨਹੀਂ ਲੜਨ ਦੇਣਾ ਚਾਹੁੰਦੇ? ਜਿੱਥੇ ਤੱਕ ਗੱਲ ਮੈਂ ਪਰਸਨਲੀ ਕਹਾਂ, ਮੈਂ ਇੱਕ ਤੁਹਾਡੇ ਥਰੂ ਜਨਤਾ ਨੂੰ ਇੱਕ ਸੁਨੇਹਾ ਪਹੁੰਚਾਉਣਾ ਚਾਹੂੰਗੀ। ਤੁਹਾਡੇ ਸਾਹਮਣੇ ਤੁਹਾਡੇ ਸਾਰੇ ਕੈਂਡੀਡੇਟਸ ਆ ਚੁੱਕੇ ਨੇ। ਤੁਹਾਡੇ ਕੋਲ ਇੱਕ ਕੈਂਡੀਡੇਟ ਹੈ ਜਿਹਦਾ ਤੁਸੀਂ ਆਪ ਕਿਹਾ ਕਿ ਉਹ ਰਾਜ ਸਭਾ ਦੇ ਮੈਂਬਰ ਨੇ। ਜੋ ਰਾਜ ਸਭਾ ਦੇ ਮੈਂਬਰ ਹੈ ਉਹ ਐਮਐਲਏ ਇਲੈਕਸ਼ਨ ਵਾਸਤੇ ਕੀ ਕਰ ਰਹੇ ਨੇ? ਉਹਨਾਂ ਦਾ ਲੈਵਲ ਹੀ ਬਹੁਤ ਹਾਈ ਹੈ ਸਾਡੇ ਕੋਲ, ਉਹਨਾਂ ਨੂੰ ਤਾਂ ਉੱਥੇ ਹੀ ਬਹਿਣਾ ਚਾਹੀਦਾ। ਫਿਰ ਉਹਨਾਂ ਨੂੰ ਇਸ ਲੈਵਲ ਤੇ ਆ ਕੇ ਇਲੈਕਸ਼ਨ ਲੜਨ ਦੀ ਕੀ ਲੋੜ? ਛੋਟੀ ਜੀ ਹੋਰ ਗੱਲ ਐਡ ਕਰੂੰਗੀ, ਤੁਸੀਂ ਕੱਲ ਪਤਾ ਨਹੀਂ ਦੇਖਿਆ ਕਿ ਨਹੀਂ, ਮੇਰੇ ਫਾਦਰ ਸਾਹਿਬ ਦੇਖੋ ਹੀ ਇਜ਼ ਅ ਲਾਇਰ, ਉਹ ਇਸ ਪੂਰੇ ਏਰੀਆ 'ਚ ਰਹੇ ਨੇ। ਗੋਗੀ ਅੰਕਲ ਦੀ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ, ਬਹੁਤ ਜ਼ਿਆਦਾ। ਹੁਣ ਤਾਂ ਚਲੋ ਸਾਡੇ 'ਚ ਰਹੇ ਨਹੀਂ, ਪਰ ਸ਼ੁਰੂ ਤੋਂ ਅਸੀਂ ਦੇਖਦੇ ਆਏ ਹਾਂ ਗੋਗੀ ਅੰਕਲ ਬਾਰੇ, ਸੁਣਦੇ ਆਏ ਹਾਂ, ਮਿਲਦੇ ਆਏ ਹਾਂ ਉਹਨਾਂ ਨੂੰ। ਕੱਲ ਇਹਨਾਂ ਨੇ ਆਪਣੇ ਆਪ ਦੇ ਬੰਦੇ ਦਾ ਜਿਹੜਾ ਮੇਨ ਇੱਕ ਪੋਸਟਰ ਸੀਗਾ, ਜਿਹੜਾ ਮਤਲਬ ਉਹਨਾਂ ਨੂੰ ਡੈਡੀਕੇਟ ਕੀਤਾ ਹੋਇਆ ਸੀਗਾ, ਉਹ ਲਵਾ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਫਿਰ ਪੋਸਟਰ ਲਗਾਤਾ, ਉਹ ਵੀ ਕੈਂਡੀਡੇਟ ਦਾ ਨਹੀਂ, ਕੇਜਰੀਵਾਲ ਸਾਹਿਬ ਦਾ। ਤੁਸੀਂ ਮਤਲਬ ਆਪਣੇ ਆਪ ਦੇ ਐਮਐਲਏ ਨੂੰ, ਐਕਸ ਐਮਐਲਏ ਜਿੰਨਾ ਕਰਕੇ ਆ ਪੋਸਟ ਖਾਲੀ ਹੋਈ, ਉਹਨਾਂ ਨੂੰ ਰਿਕਗਨਾਈਜ਼ ਕਰਨ ਬੰਦ ਕਰ ਚੁੱਕੇ। ਮੈਨੂੰ ਆ ਚੀਜ਼ ਓਨੈਸਟਲੀ ਅੱਛੀ ਨਹੀਂ ਲੱਗੀ। ਚਲੋ ਤੁਹਾਡੇ ਸਾਹਮਣੇ ਲੜਾਈ ਕਿਹਦੇ ਨਾਲ? ਤੁਹਾਡੀ ਸਾਡੀ ਲੜਾਈ ਇੱਕ ਵਿਚਾਰਾਂ ਦੀ ਲੜਾਈ ਹੈ, ਤੇ ਇਹ ਵਿਚਾਰ ਹਰ ਇੱਕ ਦੇ ਵੱਖਰੇ ਵੱਖਰੇ। ਲੜਾਈ ਹਰ ਇੱਕ ਦੇ ਨਾਲ ਹੈ ਜੀ। ਦੇਖੋ ਇਲੈਕਸ਼ਨ 'ਚ ਜੇ 4 ਬੰਦੇ ਖੜੇ ਹੈ, ਚਾਰਾਂ ਦੀ ਇੱਕ ਦੂਜੇ ਨਾਲ ਲੜਾਈ ਹੈ, ਚਾਰਾਂ ਦੇ ਵਿਚਾਰਾਂ ਦੀ ਲੜਾਈ, ਅੰਦਰੋਂ ਨਹੀਂ ਹੈ, ਵਿਚਾਰਾਂ ਦੀ ਲੜਾਈ ਹੈ, ਸੋਚ ਦੀ ਲੜਾਈ ਹੈ, ਪਾਰਟੀ ਦੀ ਇੱਕ ਲੜਾਈ ਹੈ, ਮੰਨਦੀ ਹਾਂ ਮੈਂ, ਪਰ ਅੰਦਰੋਂ ਜੋ ਸਾਡਾ ਇੱਕ ਭਾਈਚਾਰਾ ਉਹ ਕਦੇ ਖਤਮ ਨਹੀਂ ਹੁੰਦਾ। ਕਿਸमें ਨੰਬਰ ਚਾਹੋਗੇ, ਪਹਿਲੇ, ਦੂਸਰੇ, ਤੀਸਰੇ ਕਿ ਚੌਥੇ? ਮੈਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਤਾਂ ਇਲੈਕਸ਼ਨ ਜਿੱਤੇ ਪਏ ਆ ਜੀ। ਮੈਂ ਆ ਚੀਜ਼ ਬੋਲ ਹੀ ਨਹੀਂ ਸਕਦੀ ਕਿ ਅਸੀਂ ਨਹੀਂ ਜਿੱਤੇ ਹੋਏ। ਮਿਹਨਤ ਹਰ ਇੱਕ ਨੇ ਕਰਨੀ ਹੈ। ਅੱਜ ਉਹਨਾਂ ਦੀਆਂ ਵੀ ਬੇਟੀਆਂ, ਉਹਨਾਂ ਦੇ ਵੀ ਪਰਿਵਾਰ ਹੈ। ਮੈਂ ਦੇਖਦੀ ਹਾਂ, ਕੱਲ ਅਸੀਂ ਹੈਬੋਵਾਲ ਕਰ ਰਹੇ ਸੀਗੇ ਡੋਰ ਟੂ ਡੋਰ, ਮੇਰੇ ਸਾਹਮਣੇ ਅਰੋੜਾ ਸਾਹਿਬ ਦੇ ਜਿਹੜੇ ਨੋ ਸੀਗੇ ਮੇਰੇ ਸਾਹਮਣੇ ਹੀ ਕੈਂਪੇਨਿੰਗ ਕਰ ਰਹੇ ਸੀ। ਉਹਨਾਂ ਨੇ ਵੀ ਬੜੇ ਜ਼ੋਰ ਨਾਲ ਕੀਤੀ, ਅਸੀਂ ਵੀ ਬੜੇ ਜ਼ੋਰ ਨਾਲ ਕੀਤੀ। ਜ਼ੋਰ ਹਰ ਇੱਕ ਦਾ ਲੱਗਿਆ ਹੋਇਆ। ਹੁਣ ਇਹ ਜਿੱਤ ਕੇ ਹਾਰ ਜਨਤਾ ਦੇ ਹੱਥ ਦੇ ਵਿੱਚ ਹੈ। ਚਲੋ ਵੈਸਟ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਮਾਧਿਅਮ ਤੋਂ? ਮੈਂ ਵੈਸਟ ਦੇ ਲੋਕਾਂ ਨੂੰ ਸਿਰਫ ਇੱਕੋ ਗੱਲ ਕਹਿਣਾ ਚਾਹੂੰਗੀ, ਤੁਹਾਡੇ ਸਾਹਮਣੇ ਤੁਹਾਡੇ ਕੈਂਡੀਡੇਟਸ ਆ ਚੁੱਕੇ। ਚਲੋ ਮੇਰੇ ਵੱਡੇ ਵੀਰ ਨੇ, ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਪਾਰਟੀ ਨਾਲੋਂ ਉੱਠ ਕੇ ਹੁਣ ਆਪਾਂ ਕੈਂਡੀਡੇਟਸ ਵੱਲ ਦੇਖੀਏ। ਸਿਰਫ ਇੱਕ ਅਪੀਲ ਹੈ ਜੀ, ਚਾਰੋਂ ਕੈਂਡੀਡੇਟਸ ਨੂੰ ਸਟੱਡੀ ਕਰੋ। ਸਟੱਡੀ ਕਰਨਾ ਤੁਹਾਡਾ ਰਾਈਟ ਹੈ, ਕਿਉਂਕਿ ਆਪਾਂ ਜੇ ਕੁਐਸਚਨ ਨਹੀਂ ਕਰਾਂਗੇ ਆਪਣੇ ਕੈਂਡੀਡੇਟ ਨੂੰ, ਜਦ ਤੱਕ ਆਪਾਂ ਦੇਖਾਂਗੇ ਨਹੀਂ ਕਿ ਉਹ ਕੈਂਡੀਡੇਟ ਪਹਿਲੀ ਗੱਲ ਕਿੰਨਾ ਐਜੂਕੇਟਡ ਹੈ, ਉਹ ਕੈਂਡੀਡੇਟ ਨੇ ਆਪਣੀ ਸੁਸਾਇਟੀ ਲਈ ਕੀ ਕੀਤਾ ਹੈ ਕੀ ਨਹੀਂ। ਹਰ ਚੀਜ਼ ਪਾਵਰ ਨਾਲ ਨਹੀਂ ਜੁੜੀ ਹੁੰਦੀ, ਹਰ ਚੀਜ਼ ਇਹਦੇ ਨਾਲ ਨਹੀਂ ਜੁੜੀ ਹੁੰਦੀ ਕਿ ਉਹ ਕੀ ਰਹੇ ਨੇ ਕੀ ਨਹੀਂ ਰਹੇ, ਪਰ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਕਿ ਉਹ ਸਾਡੇ ਫਿਊਚਰ ਵਾਸਤੇ ਕੀ ਕਰ ਸਕਦੇ ਨੇ। ਇੱਕ ਛੋਟਾ ਜਿਹਾ ਆਸਨ ਹੈ, 19 ਜੂਨ ਦੀ ਇਲੈਕਸ਼ਨ ਹੈ, ਗਰਮੀ ਹੈਗੀ ਹੈ, ਅਸੀਂ ਮੰਨਦੇ ਹਾਂ, ਪਰ ਵੋਟ ਪਾਉਣ ਜ਼ਰੂਰ ਜਾਓ। ਇਹ ਮੈਂ ਰਿਕੁਐਸਟ ਆਪਣੀ ਸਾਰੀਆਂ ਭੈਣਾਂ ਨੂੰ, ਸਾਰੇ ਬੱਚੇ, ਯੂਥ ਨੂੰ, ਜਿਹੜੇ ਹੁਣ 18 ਸਾਲ ਤੋਂ ਉੱਪਰ, ਉਹਨਾਂ ਨੂੰ ਮੈਂ ਕਹਿੰਦੀ ਹਾਂ, ਵੋਟ ਪਾਉਣਾ ਤੁਹਾਡਾ ਰਾਈਟ, ਉਹ ਤੁਹਾਡਾ ਰਾਈਟ ਹੈ, ਤੁਸੀਂ ਉਹਨੂੰ ਐਕਸਰਸਾਈਜ਼ ਕਰੋ। ਕੈਂਡੀਡੇਟ ਨੂੰ ਸਮਝੋ, ਚਾਰਾਂ ਨੂੰ ਮਿਲੋ, ਚਾਰਾਂ ਨੂੰ ਕੁਐਸਚਨ ਕਰੋ ਐਂਡ ਸੋਚ ਸਮਝ ਕੇ ਵੋਟ ਪਾਓ। ਐਂਡ ਪ੍ਰੈਫਰੇਬਲੀ ਪਲੀਜ਼ ਮੇਰੇ ਫਾਦਰ ਸਾਹਿਬ ਨੂੰ ਪਾਓ, ਤਾਂ ਬਹੁਤ ਵਧੀਆ ਹੋ ਜਾਏਗਾ। ਸਤਿ ਸ਼੍ਰੀ ਅਕਾਲ। ਚਲੋ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ। ਬਿਲਕੁਲ ਜੀ, ਇਹ ਪਰਉਪਕਾਰ ਘੁੰਮਣ ਜੀ ਦੀ ਬੇਟੀ ਸੀ। ਇਹਨਾਂ ਨੇ ਗੱਲਬਾਤ ਅਸੀਂ ਇਸ ਕਰਕੇ ਕੀਤੀ ਕਿ ਯੂਥ ਦੀ ਸੋਚ ਕਹਿੰਦੇ ਤੇ ਦਸ਼ਾ ਤੇ ਦਿਸ਼ਾ ਸਾਹਮਣੇ ਆਵੇ। ਬਿਲਕੁਲ ਜੀ, ਇਹਨਾਂ ਨੇ ਖੁੱਲ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਕੁਝ ਐਸਾ ਨਹੀਂ ਲੱਗਾ ਕਿ ਇਹ ਆਪਣੇ ਫਾਦਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਹਰ ਉਸ ਅੱਛੇ ਬੰਦੇ ਨੂੰ ਇਹ ਪ੍ਰਮੋਟ ਕਰਨਾ ਚਾਹੁੰਦੇ ਨੇ ਜੋ ਸਮਾਜ, ਦੇਸ਼ ਤੇ ਆਪਣੇ ਲੁਧਿਆਣੇ ਦਾ ਭਲਾ ਚਾਹੁੰਦਾ। ਬਿਲਕੁਲ ਜੀ, ਤੁਸੀਂ ਵੀ ਇੰਟੈਲੀਜੈਂਟ ਹੋ, ਆਪਣੇ ਮਤ ਦਾ ਦਾਨ ਕਰਨਾ ਹੈ, ਦਿਮਾਗ ਦਾ ਦਾਨ। ਮਤਦਾਨ ਦਾ ਮਤਲਬ ਹੁੰਦਾ ਦਿਮਾਗ, ਮਤ ਦਾਨ, ਦਿਮਾਗ ਦਾ ਦਾਨ। ਤੇ ਦਿਮਾਗ ਦਾ ਦਾਨ ਕਰਨ ਜਦੋਂ ਜਾਇਓ ਤੇ ਜਿੱਦਾਂ ਇਹਨਾਂ ਨੇ ਕਿਹਾ ਹੈ, ਸਭ ਕੁਝ ਸੋਚ ਸਮਝ ਕੇ ਪੜ੍ਹ ਕੇ, ਜ਼ਰੂਰੀ ਨਹੀਂ ਕਿ ਤੁਹਾਨੂੰ 5 ਸਾਲ ਪਛਤਾਣਾ ਪਵੇ ਬਾਅਦ ਚ ਕਿ ਅਸੀਂ ਵੋਟ ਕਿੱਥੇ ਕਰ ਆਏ ਆ, ਸੌਰੀ 2 ਸਾਲ ਪਛਤਾਣਾ ਪਵੇ, ਕਿਉਂਕਿ ਹੁਣ ਤਾਂ ਬਹੁਤ ਘੱਟ ਟਾਈਮ ਹੈ। 2 ਸਾਲ ਬਾਅਦ ਕੈਂਡੀਡੇਟ ਫਿਰ ਬਦਲਿਆ ਜਾਊਗਾ, ਫਿਰ ਇਲੈਕਸ਼ਨ ਹੋਊਗਾ, ਤੇ ਸੋਚ ਕੇ ਵੋਟ ਕਰਿਓ। ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਆਪਣੇ ਮਾਧਿਅਮ ਤੋਂ, ਤੁਹਾਡੇ ਉੱਤੇ ਆਰੋਪ ਲੱਗਦੇ ਨੇ, ਮੈਂ ਅਕਸਰ ਇਹ ਗੱਲ ਕਹਿਣਾ, ਆਪਣਾ ਵੋਟ ਨਾ ਵੇਚੋ। ਆਰੋਪ ਲੱਗਦੇ ਨੇ ਸ਼ਰਾਬ ਤੇ ਤੁਸੀਂ ਵੇਚ ਦਿੰਦੇ ਹੋ, ਆਟੇ ਦੀ ਥੈਲੀ ਤੇ ਤੁਸੀਂ ਵੇਚ ਦਿੰਦੇ ਹੋ, ਚੰਦ ਪੈਸਿਆਂ ਤੇ ਵੇਚ ਦਿੰਦੇ ਹੋ। ਹੁਣ ਵੇਚਦੇ ਹੋ ਕਿ ਨਹੀਂ ਵੇਚਦੇ ਹੋ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜੋ ਵੇਚਦੇ ਨੇ ਬਿਲਕੁਲ ਨਾ ਵੇਚਣ, ਕਿਉਂਕਿ ਇਹ ਮਤਦਾਨ ਇੱਦਾਂ ਦੀ ਚੀਜ਼ ਹੈ ਕਿ ਜਦੋਂ ਤੁਸੀਂ ਮਤਦਾਨ ਕਰਕੇ ਆਉਂਦੇ ਹੋ ਤੇ ਤੁਸੀਂ ਉਸ ਸਰਕਾਰ ਦੀ ਸਿਰਜਣਾ ਕਰਦੇ ਹੋ, ਉਸ ਲੀਡਰ ਦੀ ਸਿਰਜਣਾ ਕਰਦੇ ਹੋ ਜੋ ਸਾਡੇ ਸਮਾਜ ਦੀ ਸਿਰਜਣਾ ਕਰਦਾ ਹੈ, ਇੱਕ ਚੰਗਾ ਸਮਾਜ ਬਣਾਉਂਦਾ ਹੈ। ਬਿਲਕੁਲ ਜੀ, ਜਦੋਂ ਵੋਟ ਪਾਉਣ ਜਾਇਓ ਤੇ ਬਿਲਕੁਲ ਨਿਸਵਾਰਥ ਔਰ ਚੰਗੇ ਔਰ ਵਧੀਆ ਕੈਂਡੀਡੇਟ ਨੂੰ ਪਾਇਓ। ਲੋਕਤੰਤਰ ਹੈ, ਵੋਟ ਪਾਉਣਾ ਤੁਹਾਡਾ ਅਧਿਕਾਰ ਹੈ, ਤੇ ਇਹ ਤੁਹਾਡੀ ਸੋਚ ਹੈ ਕਿ ਚੰਗਾ ਤੇ ਵਧੀਆ ਕੈਂਡੀਡੇਟ
ਤੁਹਾਡੇ ਲਈ ਕੌਣ ਹੈ। ਬਾਕੀ ਵੈਸਟ ਦੀ ਜਨਤਾ ਦਾ ਜੋ ਰਿਜ਼ਲਟ ਹੈ 19 ਤੋਂ ਬਾਅਦ ਆ ਜਾਣਾ ਹੈ, ਤਾਂ ਦੇਖਾਂਗੇ ਕਿ ਵੈਸਟ ਦੀ ਜਨਤਾ ਕਿਹਨੂੰ ਇਹ ਫਤਵਾ ਦਿੰਦੀ ਹੈ। ਹੁਣ ਮੈਨੂੰ ਵਿਦਾ ਦਿਓ, ਮੈਂ ਰਵਿੰਦਰ ਸਾਨਾ ਲੈਣਾ ਤੁਹਾਡੇ ਤੋਂ ਬਾਅਦ। ਸਤਿ ਸ੍ਰੀ ਅਕਾਲ।